ਫਿਰ ਤੋਂ ਸਵਾਗਤ ਹੈ। ਇਹ ਲੈਕਚਰ ਨੰਬਰ 51 ਹੈ ਅਤੇ ਹੁਣ ਅਸੀਂ ਡਿਫਰੈਂਸ਼ੀਅਲ ਇਕੁਏਸ਼ਨਸ ਤੇ ਇੱਕ ਨਵੇਂ ਟੌਪਿਕ ਨਾਲ ਕੰਟੀਨਿਊ ਕਰਾਂਗੇ। ਅੱਜ ਦਾ ਲੈਕਚਰ ਡਿਫਰੈਂਸ਼ੀਅਲ ਇਕੁਏਸ਼ਨਸ ਦੀ ਜਾਣ ਪਛਾਣ ਅਤੇ ਉਹਨਾਂ ਨੂੰ ਬਣਾਉਣ ਲਈ ਹੈ। ਡਿਫਰੈਂਸ਼ੀਅਲ ਇਕੁਏਸ਼ਨਸ ਕੀ ਹਨ? ਇਸ ਲਈ ਕੋਈ ਵੀ ਪ੍ਰਸ਼ਨ ਜਿਸ ਵਿੱਚ ਇੱਕ ਜਾਂ ਇਸ ਤੋਂ ਵੱਧ ਇੰਡੀਪੈਂਡੈਂਟ ਵੇਰੀਏਬਲ ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਇੱਕ ਜਾਂ ਇਸ ਤੋਂ ਵੱਧ ਇੰਡੀਪੈਂਡੈਂਟ ਵੇਰੀਏਬਲ ਦੇ ਡੇਰੀਵੇਟਿਵ ਜਾਂ ਡਿਫਰੈਂਸ਼ੀਅਲ ਸ਼ਾਮਲ ਹਨ, ਉਹਨਾਂ ਨੂੰ ਡਿਫਰੈਂਸ਼ੀਅਲ ਇਕੁਏਸ਼ਨ ਕਿਹਾ ਜਾਂਦਾ ਹੈ। ਇੱਥੇ ਡਿਫਰੈਂਸ਼ੀਅਲ ਇਕੁਏਸ਼ਨ ਦੇ ਉਦਾਹਰਣ ਹਨ। ਇਸ ਲਈ ਸਾਡੇ ਕੋਲ ਇਹਨਾਂ ਇਕੁਏਸ਼ਨਸ ਵਿੱਚ ਇਹ ਡੈਰੀਵੇਟਿਵ ਟਰਮਜ਼ ਸ਼ਾਮਲ ਹਨ ਅਤੇ ਅਸੀਂ ਇਹਨਾਂ ਨੂੰ ਡਿਫਰੈਂਸ਼ੀਅਲ ਇਕੁਏਸ਼ਨ ਕਹਿੰਦੇ ਹਾਂ। ਅਤੇ ਇਹ ਸਧਾਰਨ ਡਿਫਰੈਂਸ਼ੀਅਲ ਇਕੁਏਸ਼ਨ ਹੈ ਕਿਉਂਕਿ ਇਹ ਡੈਰੀਵੇਟਿਵ ਦਾ ਆਮ ਅਰਥ ਹੈ। ਇਸ ਮਾਮਲੇ ਵਿੱਚ ਸਾਡੇ ਕੋਲ x ਵਜੋਂ ਸਿਰਫ ਇੱਕ ਇੰਡੀਪੈਂਡੈਂਟ ਵੇਰੀਏਬਲ ਹੈ y x ਤੇ ਡਿਪੈਂਡੈਂਟ ਵੇਰੀਏਬਲ ਹੈ। ਸਾਡੇ ਕੋਲ ਆਰਡੀਨਰੀ ਡੈਰੀਵੇਟਿਵਜ਼ ਹਨ। ਦੂਜਾ ਇਕੁਏਸ਼ਨ ਇਹ ਵੀ ਆਰਡੀਨਰੀ ਡਿਫਰੈਂਸ਼ੀਅਲ ਇਕੁਏਸ਼ਨ ਹੈ। ਇਸ ਲਈ ਸਾਡੇ ਕੋਲ ਇਹ ਡਿਫਰੈਂਸ਼ੀਅਲ ਟਰਮਜ਼ ਇੱਥੇ dx dy ਹਨ ਅਤੇ ਇਸ ਵਿੱਚ ਇਹ ਆਰਡੀਨਰੀ ਡੈਰੀਵੇਟਿਵਜ਼ ਵੀ ਹਨ। ਇਸ ਲਈ ਸਿਰਫ ਇੱਕ ਡਿਪੈਂਡੈਂਟ ਵੇਰੀਏਬਲ ਜੋ ਕਿ y ਹੈ ਅਤੇ ਇੱਕ ਇੰਡੀਪੈਂਡੈਂਟ ਵੇਰੀਏਬਲ ਜੋ ਕਿ x ਹੈ। ਉਦਾਹਰਣ ਲਈ ਇੱਥੇ ਸਾਡੇ ਕੋਲ ਦੋ ਇੰਡੀਪੈਂਡੈਂਟ ਵੇਰੀਏਬਲ x ਅਤੇ t ਹਨ ਅਤੇ ਇਹ ਵੀ ਦੋ ਵੇਰੀਏਬਲਾਂ x ਅਤੇ t ਤੇ ਨਿਰਭਰ ਕਰਦਾ ਹੈ। ਇਸ ਲਈ ਸਾਡੇ ਕੋਲ ਇਕੁਏਸ਼ਨ ਵਿੱਚ ਪਾਰਸ਼ਲ ਡੈਰੀਵੇਟਿਵਜ਼ ਦਾ ਨੋਸ਼ਨ ਹੈ ਅਤੇ ਇਸ ਲਈ ਇਸ ਨੂੰ ਪਾਰਸ਼ਲ ਡਿਫਰੈਂਸ਼ੀਅਲ ਇਕੁਏਸ਼ਨ ਜਾਂ PDE ਕਿਹਾ ਜਾਂਦਾ ਹੈ ਕਿਉਂਕਿ ਇੱਥੇ ਸਾਡੇ ਕੋਲ ਪਾਰਸ਼ਲ ਡੈਰੀਵੇਟਿਵਜ਼ ਹਨ ਜੋ ਆਰਡੀਨਰੀ ਨਹੀਂ ਹਨ ਪਰ ਸਾਡੇ ਕੋਲ ਇਕੁਏਸ਼ਨ ਵਿੱਚ ਪਾਰਸ਼ੀਅਲ ਡੈਰੀਵੇਟਿਵ ਹਨ। ਇੱਥੇ ਹੋਰ ਵਰਗੀਕਰਨ ਹਨ ਜਿਨ੍ਹਾਂ ਨੂੰ ਆਰਡਰ ਕਹਿੰਦੇ ਹਨ। ਡਿਫਰੈਂਸ਼ੀਅਲ ਇਕੁਏਸ਼ਨ ਦਾ ਆਰਡਰ ਕੀ ਹੈ ਅਤੇ ਆਰਡਰ ਅਤੇ ਕੁਝ ਨਹੀਂ ਬਲਕਿ ਉੱਚਤਮ ਆਰਡਰ ਦੇ ਡੈਰੀਵੇਟਿਵ ਦਾ ਆਰਡਰ ਹੈ। ਉਦਾਹਰਣ ਲਈ ਇਸ ਪਹਿਲੇ ਇਕੁਏਸ਼ਨ ਵਿੱਚ ਹਾਈਐਸਟ ਆਰਡਰ ਡੈਰੀਵੇਟਿਵ 4 ਹੈ। ਇਸ ਲਈ ਇਸ ਇਕੁਏਸ਼ਨ ਦਾ ਆਰਡਰ 4 ਹੋਵੇਗਾ। ਇਸੇ ਤਰ੍ਹਾਂ ਇਹਨਾਂ ਦੋ ਇਕੁਏਸ਼ਨਸ ਦੇ ਆਰਡਰ ਬਾਰੇ ਗੱਲ ਕਰ ਰਹੇ ਹਾਂ। ਇੱਕ ਹੋਰ ਟਰਮੀਨੋਲੋਜੀ ਹੈ, ਅਸੀਂ ਇੱਥੇ ਡਿਗਰੀ ਦੀ ਵਰਤੋਂ ਕਰਾਂਗੇ ਅਤੇ ਇਹਨਾਂ ਇਕੁਏਸ਼ਨਸ ਵਿੱਚ ਇੱਥੇ ਡਿਗਰੀ ਫਿਰ ਤੋਂ ਉੱਚਤਮ ਆਰਡਰ ਡੈਰੀਵੇਟਿਵ ਦੀ ਡਿਗਰੀ ਹੋਵੇਗੀ। ਉਦਾਹਰਣ ਲਈ ਇਸ ਮਾਮਲੇ ਵਿੱਚ ਇਹ ਹਾਇਰ ਆਰਡਰ ਡੈਰੀਵੇਟਿਵ ਹੈ ਅਤੇ ਇੱਥੇ ਪਾਵਰ 1 ਹੈ ਜਾਂ ਇਸ ਟਰਮ ਦੀ ਡਿਗਰੀ 1 ਹੈ। ਇਸ ਲਈ ਇਹ ਪਹਿਲੀ ਡਿਗਰੀ ਹੈ ਪਰ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਦੇ ਵਾਸਤੇ ਇਹ ਆਰਡਰ 4 ਹੈ ਅਤੇ ਇਸ ਇਕੁਏਸ਼ਨ ਵਿੱਚ ਡਿਗਰੀ 1 ਹੈ। ਫਿਰ ਤੋਂ ਆਰਡਰ 1 ਹੈ ਕਿਉਂਕਿ ਸਾਡੇ ਕੋਲ ਉੱਚਤਮ ਆਰਡਰ ਹੈ। ਇੱਕ ਪਹਿਲਾ ਆਰਡਰ ਹੈ ਜਿਵੇਂ ਕਿ dy dx ਟਰਮ ਇੱਥੇ ਮੌਜੂਦਾ ਹੋਣਗੇ ਅਤੇ ਕੁਝ ਨਹੀਂ ਜਾਂ ਇਸ ਮਾਮਲੇ ਵਿੱਚ ਫਸਟ ਆਰਡਰ ਦੇ ਡਿਫਰੈਂਸ਼ੀਅਲ ਮੌਜੂਦ ਹਨ ਅਤੇ ਡਿਗਰੀ ਵੀ 1 ਹੈ ਅਤੇ ਇਸ ਮਾਮਲੇ ਵਿੱਚ ਇਹ 3 ਆਰਡਰ ਹਨ ਕਿਉਂਕਿ ਤੀਜੇ ਆਰਡਰ ਦੇ ਡੈਰੀਵੇਟਿਵ ਟਰਮਜ਼ ਹਨ ਅਤੇ ਡਿਗਰੀ 2 ਹੈ ਕਿਉਂਕਿ ਉੱਚਤਮ ਆਰਡਰ ਡੈਰੀਵੇਟਿਵ ਡਿਗਰੀ 2 ਵਿੱਚ ਦਿਖਦਾ ਹੈ। ਇਸ ਲਈ ਡਿਫਰੈਂਸ਼ੀਅਲ ਇਕੁਏਸ਼ਨ ਦੀ ਡਿਗਰੀ 2 ਹੈ ਅਤੇ ਆਰਡਰ 3 ਹੈ। ਅੱਗੇ ਦੇ ਵਰਗੀਕਰਨ ਅਸੀਂ ਲੀਨੀਅਰ ਅਤੇ ਗੈਰ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨਸ ਬਾਰੇ ਗੱਲ ਕਰਾਂਗੇ। ਇੱਥੇ ਅਸੀਂ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਲੀਨੀਅਰ ਕਹਿੰਦੇ ਹਾਂ ਜੇਕਰ ਹਰੇਕ ਡਿਪੈਂਡੈਂਟ ਵੇਰੀਏਬਲ ਹਰੇਕ ਡੈਰੀਵੇਟਿਵ ਪਹਿਲੀ ਡਿਗਰੀ ਵਿੱਚ ਹੁੰਦਾ ਹੈ। ਇਸ ਲਈ ਪ੍ਰੋਡਕਟ ਅਤੇ ਪਾਵਰ ਨੂੰ ਅਸੀਂ ਜੇ ਨਹੀਂ ਵੇਖਦੇ ਤਾਂ ਸਾਡੇ ਕੋਲ ਲੀਨੀਅਰ ਟਰਮ ਹੈ, ਮਤਲਬ ਕਿ ਡਿਪੈਂਡੈਂਟ ਵੇਰੀਏਬਲ ਦਾ ਕੋਈ ਪ੍ਰੋਡਕਟ ਨਹੀਂ ਹੁੰਦਾ ਅਤੇ ਡੈਰੀਵੇਟਿਵ ਨਹੀਂ ਪ੍ਰਾਪਤ ਹੁੰਦੇ ਤਾਂ ਸਾਡੇ ਕੋਲ ਲੀਨੀਅਰ ਇਕੁਏਸ਼ਨ ਹੈ। ਅਤੇ ਜੇਕਰ ਡਿਫਰੈਂਸ਼ੀਅਲ ਇਕੁਏਸ਼ਨ ਲੀਨੀਅਰ ਨਹੀਂ ਹੈ ਤਾਂ ਅਸੀਂ ਨੌਨ ਲੀਨੀਅਰ ਇਕੁਏਸ਼ਨ ਨੂੰ ਨੌਨ ਲੀਨੀਅਰ ਕਹਿੰਦੇ ਹਾਂ ਜੋ ਡੈਰੀਵੇਟਿਵ ਜਾਂ ਡਿਪੈਂਡੈਂਟ ਵੇਰੀਏਬਲ ਤੇ ਡੈਰੀਵੇਟਿਵ ਦਾ ਪ੍ਰੋਡਕਟ ਐਗਜ਼ਿਸਟ ਕਰੇਗਾ। ਹਰੇਕ ਲੀਨੀਅਰ ਇਕੁਏਸ਼ਨ ਪਹਿਲੀ ਡਿਗਰੀ ਦਾ ਹੁੰਦਾ ਹੈ ਜੋ ਸਪਸ਼ਟ ਹੈ। ਇਸ ਲਈ ਲੀਨੀਅਰ ਇਕੁਏਸ਼ਨ ਵਿੱਚ ਕੋਈ ਪ੍ਰੋਡਕਟ ਜਾਂ ਕੋਈ ਪਾਵਰ ਨਹੀਂ ਹੋਵੇਗੀ। ਇਸ ਲਈ ਇਹ ਪਹਿਲੀ ਡਿਗਰੀ ਹੋਵੇਗੀ ਪਰ ਹਰ ਇੱਕ ਪਹਿਲੀ ਡਿਗਰੀ ਇਕੁਏਸ਼ਨ ਲੀਨੀਅਰ ਨਹੀਂ ਹੁੰਦੀ ਹੈ ਕਿਉਂਕਿ ਉਦਾਹਰਣ ਲਈ ਇੱਥੇ ਇਹ ਦੂਜੇ ਆਰਡਰ ਦੀ ਇਕੁਏਸ਼ਨ ਹੈ ਅਤੇ ਇੱਥੇ ਡਿਗਰੀ 1 ਹੈ ਕਿਉਂਕਿ ਡਿਗਰੀ ਨੂੰ ਇਸ ਉੱਚਤਮ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਉੱਚਤਮ ਆਰਡਰ ਟਰਮ ਦੀ ਡਿਗਰੀ ਪਰ ਇਹ ਇਕੁਏਸ਼ਨ ਇਹ ਪ੍ਰੋਡਕਟ y ਅਤੇ dy ਬਟਾ dx ਹੋਣ ਕਰਕੇ ਨੌਨ ਲੀਨੀਅਰ ਹੈ। ਇਸ ਲਈ ਇਹ ਨੌਨ ਲੀਨੀਅਰ ਇਕੁਏਸ਼ਨ ਹੈ ਅਤੇ ਇਹ ਪਹਿਲੀ ਡਿਗਰੀ ਹੈ ਪਰ ਇਹ ਇੱਕ ਨੌਨ ਲੀਨੀਅਰ ਹੈ। ਇਸ ਲਈ ਹਰੇਕ ਲੀਨੀਅਰ ਇਕੁਏਸ਼ਨ
ਪਹਿਲੀ ਡਿਗਰੀ ਦਾ ਹੁੰਦਾ ਹੈ ਪਰ ਪਹਿਲੀ ਡਿਗਰੀ ਇਕੁਏਸ਼ਨ ਲੀਨੀਅਰ ਨਹੀਂ ਹੋਵੇਗੀ। ਹੁਣ ਡਿਫਰੈਂਸ਼ੀਅਲ ਇਕੁਏਸ਼ਨ ਦੇ ਸੋਲਿਊਸ਼ਨ ਤੇ ਜਾਂਦੇ ਹਾਂ ਤਾਂ ਡਿਪੈਂਡੈਂਟ ਅਤੇ ਇੰਡੀਪੈਂਡੈਂਟ ਵੇਰੀਏਬਲ ਦੇ ਵਿਚਕਾਰ ਕੋਈ ਰਿਲੇਸ਼ਨ ਡੈਰੀਵੇਟਿਵ ਟਰਮਜ਼ ਦੇ ਬਿਨਾਂ, ਕਿਉਂਕਿ ਸੋਲਿਊਸ਼ਨ ਵਿੱਚ ਅਸੀਂ ਡੈਰੀਵੇਟਿਵ ਨਹੀਂ ਵੇਖਣਾ ਚਾਹੁੰਦੇ ਹਾਂ। ਇਕੁਏਸ਼ਨ ਅਤੇ ਡਿਫਰੈਂਸ਼ੀਅਲ ਇਕੁਏਸ਼ਨ ਵਿੱਚ ਡੈਰੀਵੇਟਿਵ ਹੋਣਗੇ। ਇਸ ਡਿਪੈਂਡੈਂਟ ਅਤੇ ਇੰਡੀਪੈਂਡੈਂਟ ਵੇਰੀਏਬਲ ਦੇ ਵਿਚਕਾਰ ਕੋਈ ਰਿਲੇਸ਼ਨ ਜੋ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੰਤੁਸ਼ਟ ਕਰਦਾ ਹੈ। ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਜਾਂ ਇੰਟੀਗਰਲ ਕਹਿਲਾਉਂਦਾ ਹੈ। ਉਦਾਹਰਨ ਲਈ ਅਸੀਂ ਇਸ ਫੰਕਸ਼ਨ ਨੂੰ y ਅਤੇ x ਦੇ ਵਿਚਕਾਰ ਦੇ ਰਿਲੇਸ਼ਨ ਨੂੰ ਇਸ ਦੇ ਨਾਲ ਆਰਬਿਟਰੇਰੀ ਕੋਨਸਟੈਂਟ ਨਾਲ ਲੈਂਦੇ ਹਾਂ। ਅਸੀਂ ਕੀ ਜਾਂਚ ਸਕਦੇ ਹਾਂ? ਇਹ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਹੈ ਜੋ ਡਬਲ ਪ੍ਰਾਈਮ ਤੋਂ y ਤੱਕ ਅਤੇ dy ਬਟਾ x ਅਤੇ y ਪ੍ਰਾਈਮ ਦੇ ਇਕੁਅਲ ਹੈ। ਇਹ ਸੋਲਿਊਸ਼ਨ ਕਿਉਂ ਹੈ? ਕਿਉਂਕਿ ਇਹ ਰਿਲੇਸ਼ਨ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸਰਲ ਕਰਦਾ ਹੈ, ਜਿਸ ਨੂੰ ਅਸੀਂ ਆਸਾਨੀ ਨਾਲ ਵੈਰੀਫਾਈ ਕਰ ਸਕਦੇ ਹਾਂ, ਕਿਉਂਕਿ ਜੇਕਰ ਅਸੀਂ ਇਸ y ਦਾ ਡੈਰੀਵੇਟਿਵ ਲੈਂਦੇ ਹਾਂ ਤਾਂ ਸਾਨੂੰ -a ਬਟਾ x ਸਕੁਏਅਰ ਮਿਲੇਗਾ, ਅਤੇ ਕਿਉਂਕਿ ਸਾਡੇ ਕੋਲ ਇਕੁਏਸ਼ਨ ਵਿੱਚ ਦੂਜਾ ਡੈਰੀਵੇਟਿਵ ਵੀ ਹੈ, ਇਸ ਲਈ ਦੂਜੇ ਆਰਡਰ ਡੈਰੀਵੇਟਿਵ ਵਾਸਤੇ ਅੱਗੇ ਵਧਾਂਗੇ। y ਸੈਕਿੰਡ ਆਰਡਰ ਡੈਰੀਵੇਟਿਵ -2a ਹੋਵੇਗਾ ਤਾਂ ਫਿਰ ਇਹ ਮਾਈਨਸ ਇੱਥੇ a ਬਟਾ x ਕਿਊਬ ਤੇ ਪਲਸ ਹੋਵੇਗਾ ਜੋ ਕਿ ਸੈਕਿੰਡ ਆਰਡਰ ਡੈਰੀਵੇਟਿਵ ਹੈ। ਅਤੇ ਅਸੀਂ ਇਸ ਨੂੰ ਇੱਥੇ ਇਕੁਏਸ਼ਨ ਵਿੱਚ ਸਬਸਟੀਟਿਊਟ ਕਰਦੇ ਹਾਂ, ਇਸ ਲਈ ਇਹ ਪਹਿਲਾ ਇੱਥੇ ਦੂਜਾ ਹੈ, ਇਸ ਲਈ ਸਾਡੇ ਕੋਲ ਇਹ 2a ਬਟਾ x ਕਿਊਬ ਹੈ। ਅਤੇ ਫਿਰ ਪਲਸ ਇਹ 2 ਬਟਾ x ਅਤੇ ਇੱਥੇ ਫਸਟ ਆਰਡਰ ਟਰਮ ਜੋ -a ਬਟਾ x ਸਕੁਏਅਰ ਹੈ। ਇੱਥੇ ਅਸੀਂ 2a ਬਟਾ x ਕਿਊਬ ਅਤੇ ਇੱਥੇ 2a ਬਟਾ x ਕਿਊਬ ਵੇਖਦੇ ਹਾਂ ਤਾਂ ਇਹ ਕੈਂਸਲ ਹੋ ਜਾਂਦਾ ਹੈ ਅਤੇ ਸਾਨੂੰ 0 ਪ੍ਰਾਪਤ ਹੁੰਦਾ ਹੈ, ਜੋ ਕਿ ਇਕੁਏਸ਼ਨ ਦੇ ਰਾਈਟ ਹੈਂਡ ਸਾਈਡ ਹੈ। ਅਸੀਂ ਜੋ ਵੇਖਿਆ ਹੈ ਕਿ ਇਸ ਰਿਲੇਸ਼ਨ ਇਹ ਦਿੱਤਾ ਗਿਆ ਰਿਲੇਸ਼ਨ y ਇਕੁਅਲ a ਬਟਾ x ਪਲਸ b ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਇੱਕ ਸੋਲਿਊਸ਼ਨ ਹੈ, ਕਿਉਂਕਿ ਇਹ ਰਿਲੇਸ਼ਨ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੰਤੁਸ਼ਟ ਕਰਦਾ ਹੈ। ਅਤੇ ਹੁਣ ਅਸੀਂ ਇਹਨਾਂ ਡਿਫਰੈਂਸ਼ੀਅਲ ਇਕੁਏਸ਼ਨ ਦੇ ਬਣਾਉਣ ਦੀ ਦਿਸ਼ਾ ਵਿੱਚ ਜਾ ਰਹੇ ਹਾਂ। ਇਸ ਤੋਂ ਪਹਿਲਾਂ ਕਰਵਾਂ ਦੇ ਪਰਿਵਾਰ ਨੂੰ ਪੇਸ਼ ਕਰਨਾ ਜ਼ਰੂਰੀ ਹੈ। ਕਰਵਾਂ ਦਾ ਇੱਕ n ਪੈਰਾਮੀਟਰ ਪਰਿਵਾਰ ਫਾਰਮ ਦੇ ਰਿਲੇਸ਼ਨਾਂ ਦਾ ਸੈੱਟ ਹੈ। ਇਹ ਇੱਕ ਤਾਂ ਇੱਥੇ xy ਉੱਥੇ ਰਿਲੇਸ਼ਨ xy ਜੋ ਇਸ ਇਕੁਏਸ਼ਨ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ fxy c1 c2 cn ਐਂਡ ਪੈਰਾਮੀਟਰ ਜੋ ਇੱਥੇ 0 ਦੇ ਇਕੁਅਲ ਹਨ। ਇਹਨਾਂ ਪੈਰਾਮੀਟਰਾਂ ਨੂੰ ਬਦਲਦੇ ਹੋਏ ਤੁਹਾਨੂੰ ਵੱਖ-ਵੱਖ ਕਰਵ ਪ੍ਰਾਪਤ ਹੋਣਗੇ ਕਿ ਇਹ ਕਰਵ ਦਾ ਇੱਕ ਪਰਿਵਾਰ ਹੈ, ਕਿਉਂਕਿ ਇਸ c ਦੇ ਵੱਖ-ਵੱਖ ਮੁੱਲਾਂ ਵਿੱਚ ਸਾਡੇ ਕੋਲ ਇੱਕ ਵੱਖਰਾ ਕਰਵ ਹੈ। ਅਤੇ ਇੱਥੇ ਉਦਾਹਰਨ ਇਸ ਕੰਸੈਂਟ੍ਰਿਕ ਸਰਕਲਾਂ ਦਾ ਪਹਿਲਾ ਸੈੱਟ ਹੈ। ਜੇਕਰ ਅਸੀਂ ਇਸ ਦਾ ਅਰਥ ਲੈਂਦੇ ਹਾਂ x ਸਕੁਏਅਰ ਪਲਸ y ਸਕੁਏਅਰ c ਦੇ ਇਕੁਅਲ ਹੈ ਅਤੇ c ਇੱਕ ਪੈਰਾਮੀਟਰ ਹੈ, ਇਸ ਲਈ ਇੱਕ ਪੈਰਾਮੀਟਰ ਪਰਿਵਾਰ ਅਤੇ c ਇੱਕ ਨੋਨ ਨੈਗੇਟਿਵ ਰੀਅਲ ਨੰਬਰਾਂ ਨੂੰ ਲਿਆ ਜਾਂਦਾ ਹੈ, ਕਿਉਂਕਿ ਇੱਥੇ x ਸਕੁਏਅਰ ਪਲਸ y ਸਕੁਏਅਰ, ਇਸ ਲਈ ਇਸ ਨੂੰ ਪੋਜ਼ਿਟਿਵ ਹੋਣਾ ਚਾਹੀਦਾ ਹੈ, ਜਾਂ ਨੋਨ ਨੈਗੇਟਿਵ, ਇਸ ਲਈ ਇਹ c ਨੋਨ ਨੈਗੇਟਿਵ ਹੋਣਾ ਚਾਹੀਦਾ, ਇਸ ਲਈ ਇਹ ਨੋਨ ਨੈਗੇਟਿਵ ਰੀਅਲ ਮੁੱਲ ਲੈ ਰਿਹਾ ਹੈ। ਅਤੇ c ਦੇ ਵੱਖ-ਵੱਖ ਮੁੱਲਾਂ ਲਈ ਇਹ ਇੱਕ ਹੀ ਸੈਂਟਰ ਦੇ ਸਰਕਲ ਲਈ ਇਕੁਏਸ਼ਨ ਹਨ, ਜਿੱਥੇ ਇਸ ਦਾ ਪਰਿਵਾਰ c ਸਾਡੇ ਕੋਲ ਸਿਰਫ ਇੱਕ ਪੈਰਾਮੀਟਰ ਹੈ ਜੋ ਕਿ c ਹੈ, ਅਤੇ ਜੇਕਰ ਅਸੀਂ c ਨੂੰ ਬਦਲਦੇ ਰਹਿੰਦੇ ਹਾਂ ਤਾਂ ਸਾਨੂੰ ਇੱਥੇ ਉਹੀ ਕੇਂਦਰ ਦੇ ਵੱਖ-ਵੱਖ ਰੇਡੀਅਸ ਵਾਲੇ ਸਰਕਲ ਮਿਲ ਰਹੇ ਹਨ। ਫਿਰ ਤੋਂ ਇਹਨਾਂ ਸਰਕਲਾਂ ਦਾ ਸੈੱਟ ਜੇਕਰ ਅਸੀਂ ਇੱਥੇ ਲੈਂਦੇ ਹਾਂ ਤਾਂ ਹੁਣ ਅਸੀਂ ਸੈਂਟਰ ਦੇ ਨਾਲ-ਨਾਲ ਰੇਡੀਅਸ ਨਾਲ ਵੀ ਬਦਲ ਰਹੇ ਹਾਂ, ਇਸ ਲਈ ਇਹ ਇੱਥੇ ਦੇ ਸਾਰੇ ਸਰਕਲਾਂ ਦਾ ਸੈੱਟ ਹੈ। ਅਸੀਂ c1 c2 ਅਤੇ c3 ਚੁਣ ਸਕਦੇ ਹਾਂ, ਇਸ ਲਈ c1 c2 ਕੋਈ ਰੀਅਲ ਨੰਬਰ ਅਤੇ c3 ਇੱਕ ਪੋਜ਼ਿਟਿਵ ਇੱਕ ਨੋਨ ਨੈਗੇਟਿਵ ਰੀਅਲ ਨੰਬਰ ਹੈ। ਉਸ ਸਥਿਤੀ ਵਿੱਚ ਇਹ ਇਹਨਾਂ ਤਿੰਨ ਪੈਰਾਮੀਟਰਾਂ ਦਾ ਇੱਕ ਪਰਿਵਾਰ ਹੈ, c1 c2 c3। ਪਹਿਲੇ ਵਾਲਾ ਇੱਕ ਪੈਰਾਮੀਟਰ ਦਾ ਪਰਿਵਾਰ ਸੀ, ਕਿਉਂਕਿ ਉਸ ਮਾਮਲੇ ਵਿੱਚ ਸਿਰਫ ਰੇਡੀਅਸ ਵੱਖ-ਵੱਖ ਸੀ, ਉੱਥੇ ਸਾਡੇ ਕੋਲ ਵੱਖ-ਵੱਖ ਸੈਂਟਰ ਸਨ ਅਤੇ ਸਰਕਲ ਦੇ ਇਸ ਪਰਿਵਾਰ ਦੇ ਇਹਨਾਂ ਸਰਕਲਾਂ ਦੇ ਵੱਖ-ਵੱਖ ਰੇਡੀਅਸ ਹਨ। ਇਹ ਸਰਕਲਾਂ ਦੀ 3 ਪੈਰਾਮੀਟਰ ਫੈਮਿਲੀ ਹੈ। ਅਤੇ ਹੁਣ ਅਸੀਂ ਇਹ ਵੀ ਵੇਖਦੇ ਹਾਂ ਕਿ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਜੋ ਅਸੀਂ ਪਿਛਲੇ ਉਦਾਹਰਨ ਵਿੱਚ ਵੇਖਿਆ ਹੈ ਉਹ ਸਰਕਲਾਂ ਦਾ ਇੱਕ ਪਰਿਵਾਰ ਹੈ ਅਤੇ ਕੁਝ ਨਹੀਂ ਬਲਕਿ ਸਰਕਲਾਂ ਦਾ ਪਰਿਵਾਰ ਹੈ, ਜੋ ਅਸੀਂ ਅਗਲੀ ਸਲਾਈਡ ਵਿੱਚ ਵੇਖਾਂਗੇ। ਸਰਕਲ ਦੇ ਦਿੱਤੇ ਗਏ n ਪੈਰਾਮੀਟਰ ਪਰਿਵਾਰ ਵਾਸਤੇ ਡਿਫਰੈਂਸ਼ੀਅਲ ਇਕੁਏਸ਼ਨ ਦੇ ਇਸ
ਗਠਨ ਨੂੰ ਕਿਵੇਂ ਪ੍ਰਾਪਤ ਕਰੀਏ ਤਾਂ ਅਸੀਂ ਇੱਥੇ ਕੀ ਵੇਖਦੇ ਹਾਂ ਜੇਕਰ ਸਾਡੇ ਕੋਲ ਕਰਵਾਂ ਦੀ ਪੈਰਾਮੀਟਰ ਫੈਮਿਲੀ ਵਿੱਚ ਇਹ n ਹੈ, ਭਾਵ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਤਾਂ ਇਸ ਦਿੱਤੇ ਗਏ ਕਰਵਾਂ ਦੀ ਫੈਮਿਲੀ ਤੋਂ ਕਿਵੇਂ ਡਿਫਰੈਂਸ਼ੀਅਲ ਇਕੁਏਸ਼ਨ ਜਾਂ ਐਸੋਸੀਏਟਿਡ ਡਿਫਰੈਂਸ਼ੀਅਲ ਇਕੁਏਸ਼ਨ ਨਾਲ ਅਨੁਸਾਰੀ ਡਿਫਰੈਂਸ਼ੀਅਲ ਇਕੁਏਸ਼ਨ ਜਿਸ ਦਾ ਸੋਲਿਊਸ਼ਨ ਇੱਥੇ ਦਿੱਤੇ ਗਏ ਕਰਵਾਂ ਦੀ ਫੈਮਿਲੀ ਹੈ। n ਆਰਬਿਟਰੇਰੀ ਕੰਸਟੈਂਟ ਵਾਲੇ ਵਕਰਾਂ ਦੇ ਦਿੱਤੀ ਗਈ ਫੈਮਿਲੀ ਤੋਂ ਅਸੀਂ nਵਾਂ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਪ੍ਰਾਪਤ ਕਰ ਸਕਦੇ ਹਾਂ ਜਿਸ ਦਾ ਸੋਲਿਊਸ਼ਨ ਦਿੱਤੀ ਗਈ ਫੈਮਿਲੀ ਹੈ। ਇਸ ਲਈ ਡਿਫਰੈਂਸ਼ੀਅਲ ਇਕੁਏਸ਼ਨਸ ਦਾ ਆਰਡਰ ਕਿੰਨੇ ਪੈਰਾਮੀਟਰਾਂ ਤੇ ਨਿਰਭਰ ਕਰੇਗਾ। ਅਸੀਂ ਇੱਥੇ ਲਿਆ ਹੈ ਕਿ ਇਹ ਅਸਲ ਵਿੱਚ ਕਿਵੇਂ ਮਿਲੇ ਤਾਂ ਦਿੱਤੇ ਗਏ ਇਕੁਏਸ਼ਨ ਅਤੇ ਟਾਈਮਸ ਨੂੰ ਡਿਫਰੈਂਸ਼ੀਏਟ ਕਰੋ ਅਤੇ ਸਾਨੂੰ ਇੱਕ ਵਾਧੂ ਇਕੁਏਸ਼ਨ ਪ੍ਰਾਪਤ ਹੋਵੇ। ਇੱਕ ਦਿੱਤਾ ਗਿਆ n ਪੈਰਾਮੀਟਰ ਫੈਮਿਲੀ ਪ੍ਰਸ਼ਨ ਸੀ ਜਿਸ ਨੂੰ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ। ਇਸ ਫੈਮਿਲੀ ਨੂੰ ਡਿਫਰੈਂਸ਼ੀਏਟ ਕਰਦੇ ਰਹਿੰਦੇ ਹਾਂ। ਜੇ ਇਸ ਨੂੰ n ਟਾਈਮਸ ਡਿਫਰੈਂਸ਼ੀਏਟ ਕੀਤਾ ਜਾਏ ਤਾਂ n ਹੋਰ ਇਕੁਏਸ਼ਨ ਮਿਲਣਗੇ ਅਤੇ ਇਸ n ਪਲੱਸ 1 ਕੁੱਲ ਇਕੁਏਸ਼ਨਸ ਵਿੱਚੋਂ ਅਸੀਂ ਇੱਥੇ ਪੈਰਾਮੀਟਰਾਂ ਦੇ ਇਹਨਾਂ ਕੌਨਸਟੈਂਟ ਟਰਮਜ਼ ਨੂੰ ਸਮਾਪਤ ਕਰ ਦੇਵਾਂਗੇ ਅਤੇ ਫਿਰ ਸਾਨੂੰ ਇਕੁਏਸ਼ਨ ਪ੍ਰਾਪਤ ਹੋਵੇਗਾ ਜਿਸ ਵਿੱਚ ਸਿਰਫ ਡੈਰੀਵੇਟਿਵ ਟਰਮਜ਼ ਅਤੇ ਉਸ ਪੈਰਾਮੀਟਰ ਤੋਂ ਰਹਿਤ ਡਿਪੈਂਡੈਂਟ ਇੰਡੀਪੈਂਡੈਂਟ ਵੇਰੀਏਬਲ ਪ੍ਰਾਪਤ ਹੋਣਗੇ। ਇੱਥੇ ਇਸ n ਪਲੱਸ 1 ਇਕੁਏਸ਼ਨਸ ਤੋਂ ਇਸ ਨੂੰ ਹਟਾ ਕੇ ਅਸੀਂ nਵਾਂ ਆਰਡਰ ਦਾ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਪ੍ਰਾਪਤ ਕਰਾਂਗੇ। ਇਸ ਲਈ ਅਸੀਂ ਉਦਾਹਰਨਾਂ ਦੀ ਮਦਦ ਨਾਲ ਵੇਖਾਂਗੇ ਕਿ ਇਹ ਇੱਥੇ ਕਿਵੇਂ ਕੰਮ ਕਰਦਾ ਹੈ। ਹੁਣ ਅਸੀਂ ਇੱਥੇ ਇਸ ਉਦਾਹਰਣ ਨੂੰ ਕੰਸੀਡਰ ਕਰਦੇ ਹਾਂ। ਇਸ ਲਈ ਅਸੀਂ ਡਿਫਰੈਂਸ਼ੀਅਲ ਇਕੁਏਸ਼ਨ ਪ੍ਰਾਪਤ ਕਰਾਂਗੇ ਜੋ ਇਸ ਰਿਲੇਸ਼ਨ ਨਾਲ ਸੰਤੁਸ਼ਟ ਹੁੰਦਾ ਹੈ xy ਇਕੁਅਲ e ਪਾਵਰ x ਅਤੇ ਪਲੱਸ b e ਪਾਵਰ ਮਾਈਨਸ x ਪਲੱਸ a x ਸਕੁਏਅਰ ਹੈ। ਇਹ ਕਰਵ ਦੀ ਦੋ ਪੈਰਾਮੀਟਰ ਫੈਮਿਲੀ ਹੈ। ਇਸ ਲਈ ਸਾਡੇ ਕੋਲ a ਅਤੇ b ਹੈ। ਉਹ ਇੱਥੇ ਆਰਬਿਟਰੇਰੀ ਕੌਨਸਟੈਂਟ a ਅਤੇ b ਸਾਡੇ ਕੋਲ ਕਰਵ ਦੀ ਇਹ ਦੋ ਪੈਰਾਮੀਟਰ ਫੈਮਿਲੀ ਹੈ। ਇਸ ਲਈ ਇਹਨਾਂ ਦੋ ਪੈਰਾਮੀਟਰਾਂ ਵਿੱਚੋਂ ਕਰਵਾਂ ਦੀ ਫੈਮਿਲੀ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਇਹ ਅਨੁਸਾਰੀ ਡਿਫਰੈਂਸ਼ੀਅਲ ਇਕੁਏਸ਼ਨ ਹੋਵੇਗਾ। ਇਹ ਦੂਜਾ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਹੋਵੇਗਾ ਜਦੋਂ ਅਸੀਂ ਇਸ ਰਿਲੇਸ਼ਨ ਦੇ ਡੈਰੀਵੇਟਿਵ ਲੈਣ ਤੋਂ ਬਾਅਦ ਇਕੁਏਸ਼ਨਸ ਤੋਂ ਇਹਨਾਂ ਦੋ ਕੌਨਸਟੈਂਟਾਂ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦਿੱਤੇ ਗਏ ਕਰਵ ਦੀ ਫੈਮਿਲੀ ਵਿੱਚ ਸਾਡੇ ਕੋਲ xy ਇਕੁਅਲ e ਪਾਵਰ x ਪਲੱਸ b e ਪਾਵਰ ਮਾਈਨਸ x ਪਲੱਸ x ਸਕੁਏਅਰ ਹੈ ਅਤੇ ਜੇ ਅਸੀਂ ਇਸ ਨੂੰ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ। ਅਸੀਂ ਇੱਥੇ x y ਡੈਰੀਵੇਟਿਵ ਪਲੱਸ y ਅਤੇ x ਇੱਕ ਡੈਰੀਵੇਟਿਵ ਪ੍ਰਾਪਤ ਕਰਾਂਗੇ। ਇਹ xy ਪ੍ਰਾਈਮ ਪਲੱਸ y ਹੈ ਜੋ ਇਸ xy ਟਰਮਜ਼ ਦਾ ਡੈਰੀਵੇਟਿਵ ਹੈ। ਇਸ ਲਈ ਪ੍ਰੋਡਕਟ ਰੂਲ ਹੁਣ ਇਹ e ਪਾਵਰ x ਦਾ ਡੈਰੀਵੇਟਿਵ ਹੈ ਜੋ ਕਿ e ਪਾਵਰ x ਹੈ ਅਤੇ ਫਿਰ ਇੱਥੇ ਮਾਈਨਸ x ਦਾ b e ਹੋਵੇਗਾ ਮਾਈਨਸ b e ਪਾਵਰ ਮਾਈਨਸ x ਹੋਵੇਗਾ ਜੋ ਕਿ ਇੱਥੇ ਅਤੇ ਇਸ x ਸਕੁਏਅਰ ਦਾ ਡੈਰੀਵੇਟਿਵ ਹੈ। ਇੱਥੇ 2x ਹੈ। ਇਸ ਲਈ ਅਸੀਂ ਇਸ ਨੂੰ ਸਿਰਫ ਇੱਕ ਵਾਰ x ਦੇ ਸੰਬੰਧ ਵਿੱਚ ਦੇ ਹਿਸਾਬ ਨਾਲ ਡਿਫਰੈਂਸ਼ੀਏਟ ਕੀਤਾ ਹੈ ਅਤੇ ਹੁਣ ਸਾਨੂੰ ਇਸ ਨੂੰ ਇੱਕ ਵਾਰ ਫਿਰ ਤੋਂ ਡਿਫਰੈਂਸ਼ੀਏਟ ਕਰਨਾ ਹੋਵੇਗਾ ਕਿਉਂਕਿ ਅਸੀਂ ਇੱਥੇ ਇਕੁਏਸ਼ਨ ਵਿੱਚ ਦੋ ਆਰਬਿਟਰੇਰੀ ਕੰਸਟੈਂਟ ਵੇਖਦੇ ਹਾਂ। ਜੇ ਇੱਕ ਵਾਰ ਫਿਰ ਡਿਫਰੈਂਸ਼ੀਏਟ ਕਰੀਏ ਸਾਨੂੰ ਇਸ x ਅਤੇ y ਡਬਲ ਪ੍ਰਾਈਮ ਤੋਂ ਕੀ ਪ੍ਰਾਪਤ ਹੋਵੇਗਾ ਅਤੇ ਅਸੀਂ ਇਹ y ਪ੍ਰਾਈਮ ਇੱਥੇ ਵੀ ਪ੍ਰਾਪਤ ਹੋਵੇਗਾ y ਪ੍ਰਾਈਮ ਇਹ ਦੋ y ਪ੍ਰਾਈਮ ਹਨ ਅਤੇ ਇੱਥੇ e ਪਾਵਰ x ਹੈ ਜੋ ਇੱਥੇ ਰਹੇਗਾ ਮਾਈਨਸ ਮਾਈਨਸ ਪਲੱਸ ਹੋ ਜਾਵੇਗਾ। ਸਾਡੇ ਕੋਲ ਪਲੱਸ b e ਪਾਵਰ ਮਾਈਨਸ x ਹੈ ਅਤੇ ਫਿਰ ਸਾਡੇ ਕੋਲ ਇਹ ਦੋ ਹਨ। ਇਸ ਲਈ ਪਹਿਲਾਂ ਤੋਂ ਹੀ ਇਹਨਾਂ ਨੂੰ ਦੋ ਟਾਈਮਸ ਡਿਫਰੈਂਸ਼ੀਏਟ ਕਰ ਚੁੱਕੇ ਹਾਂ ਅਤੇ ਹੁਣ ਤੁਸੀਂ ਇਹਨਾਂ ਕੌਨਸਟੈਂਟ ਨੂੰ ਸਮਾਪਤ ਕਰਨਾ ਚਾਹੁੰਦੇ ਹੋ ਤਾਂ ਅਸੀਂ ਇੱਥੇ ਕੀ ਵੇਖਦੇ ਹਾਂ ਕਿ ਇੱਕ e ਪਾਵਰ x ਅਤੇ ਪਲੱਸ ਇਹ b e ਪਾਵਰ ਮਾਈਨਸ x ਹੈ ਜੋ ਇਸ ਦਿੱਤੇ ਗਏ ਰਿਲੇਸ਼ਨ ਵਿੱਚ ਵੀ ਹੈ। ਇਸ ਲਈ ਜੇਕਰ ਅਸੀਂ ਇੱਥੋਂ ਉਦਾਹਰਣ ਲਈ ਸਬਸਟੀਟਿਊਟ ਕਰਦੇ ਹਾਂ ਜੇਕਰ ਅਸੀਂ ਇਸ ਨੂੰ e ਪਾਵਰ x ਪਲੱਸ b e ਪਾਵਰ ਮਾਈਨਸ x ਨੂੰ ਸਬਸਟੀਟਿਊਟ ਕਰਦੇ ਹਾਂ ਅਤੇ ਇਸ ਨੂੰ ਇਸ ਇਕੁਏਸ਼ਨ ਵਿੱਚ ਇੱਥੇ ਰੱਖਦੇ ਹਾਂ ਤਾਂ ਇਹਨਾਂ ਕੌਨਸਟੈਂਟ ਟਰਮਜ਼ ਨੂੰ ਹਟਾ ਦਿੱਤਾ ਜਾਵੇਗਾ ਅਤੇ ਸਾਨੂੰ ਇੱਕ ਇਕੁਏਸ਼ਨ ਪ੍ਰਾਪਤ ਹੋਵੇਗਾ ਜਿਸ ਵਿੱਚ ਡੈਰੀਵੇਟਿਵ ਟਰਮਾਂ ਡਿਪੈਂਡੈਂਟ ਵੇਰੀਏਬਲ ਅਤੇ ਇੰਡੀਪੈਂਡੈਂਟ ਵੇਰੀਏਬਲ ਸ਼ਾਮਲ ਹਨ। ਇੱਥੇ ਇਸ ਇਕੁਏਸ਼ਨ ਦੀ ਵਰਤੋਂ ਕਰਦੇ ਹੋਏ ਜਿਸ ਨੂੰ ਅਸੀਂ ਇਕੁਏਸ਼ਨ ਨੰਬਰ 1 ਕਹਿੰਦੇ ਹਾਂ ਤਾਂ ਹੁਣ ਸਾਨੂੰ ਪ੍ਰਾਪਤ ਹੁੰਦਾ ਹੈ xy ਡਬਲ ਪ੍ਰਾਈਮ ਇਨਟੂ y ਪ੍ਰਾਈਮ ਦੇ ਇਕੁਅਲ। ਇਸ ਲਈ ਇਸ ਨੂੰ x y ਮਾਈਨਸ x ਸਕੁਏਅਰ ਨਾਲ ਬਦਲ ਦਿੱਤਾ ਗਿਆ ਹੈ। ਇਸ ਲਈ ਇੱਥੇ xy ਮਾਈਨਸ x ਸਕੁਏਅਰ ਹੈ ਅਤੇ ਇਹ ਪਲੱਸ 2 ਤਾਂ ਹੁਣ ਇਹ ਡਿਫਰੈਂਸ਼ੀਅਲ ਇਕੁਏਸ਼ਨ ਇੱਥੇ ਪ੍ਰਾਪਤ ਹੁੰਦਾ ਹੈ ਜੋ ਦੋ ਪੈਰਾਮੀਟਰਾਂ ਦੇ ਨਾਲ ਕਰਵਾਂ ਦੀ ਫੈਮਿਲੀ ਨਾਲ ਮੇਲ ਖਾਂਦਾ ਹੈ ਜਾਂ ਦੂਜੇ ਸ਼ਬਦਾਂ ਵਿੱਚ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ
ਕੁਝ ਵੀ ਨਹੀਂ ਹੈ, ਪਰ ਇਹ ਦੋ ਪੈਰਾਮੀਟਰ ਫੈਮਿਲੀ ਦੇ ਵਕਰਾਂ ਦੀ ਫੈਮਿਲੀ ਹੈ ਅਤੇ ਦਿੱਤੀ ਗਈ ਫੈਮਿਲੀ ਤੋਂ ਇਹਨਾਂ ਡਿਫਰੈਂਸ਼ੀਅਲ ਇਕੁਏਸ਼ਨਸ ਦਾ ਗਠਨ ਮੁੱਖ ਤੌਰ ਤੇ ਇਸ ਲੈਕਚਰ ਵਿੱਚ ਅਸੀਂ ਅਸਲ ਵਿੱਚ ਵੇਖਾਂਗੇ ਕਿ ਇਸ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਤੋਂ ਕਿਵੇਂ ਪ੍ਰਾਪਤ ਕੀਤੇ ਜਾਵੇ ਕਰਵ ਦੀ ਇਸ ਫੈਮਿਲੀ ਨੂੰ ਕਿਵੇਂ ਪ੍ਰਾਪਤ ਕਰੀਏ। ਸਾਡੇ ਕੋਲ ਜਨਰਲ ਅਤੇ ਪਾਰਟਿਕਿਊਲਰ ਸੋਲਿਊਸ਼ਨ ਦੀ ਦੂਜੀ ਅਵਧਾਰਨਾ ਹੈ। ਮੰਨ ਲਓ ਕਿ ਇਹ nਵਾਂ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਹੈ, ਇਸ ਲਈ ਇੱਥੇ ਸਾਡੇ ਕੋਲ ਇਹ nਵਾਂ ਆਰਡਰ ਦੇ ਡੈਰੀਵੇਟਿਵ ਅਤੇ ਹੋਰ ਹੇਠਲੇ ਆਰਡਰ ਦੇ ਡੈਰੀਵੇਟਿਵ ਵੀ ਹਨ। ਇਹ ਡਿਪੈਂਡੈਂਟ ਵੇਰੀਏਬਲ x ਅਤੇ y ਹੈ ਕਿਉਂਕਿ ਇੱਕ ਰਿਲੇਸ਼ਨ ਅਰਥ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਹੈ। nਵਾਂ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਅਸੀਂ ਇਸ ਨੂੰ ਆਮ ਹੱਲ ਵਜੋਂ ਵੀ ਜਾਣਦੇ ਹਾਂ, ਇਸ ਦਾ ਹੱਲ ਜਿਸ ਵਿੱਚ n ਇੰਡੀਪੈਂਡੈਂਟ ਆਰਬਿਟਰੇਰੀ ਕੰਸਟੈਂਟ ਹੁੰਦੇ ਹਨ। ਇਸ ਲਈ ਜਨਰਲ ਸੋਲਿਊਸ਼ਨ ਵਿੱਚ ਵੀ ਪਿਛਲੀ ਸਲਾਈਡ ਵਿੱਚ ਅਸੀਂ ਜੋ ਵੇਖਿਆ ਹੈ, ਸਾਨੂੰ ਦੋ ਪੈਰਾਮੀਟਰਾਂ ਨਾਲ ਸ਼ੁਰੂ ਕੀਤਾ ਹੈ ਅਤੇ ਉਦੋਂ ਅਨੁਸਾਰੀ ਡਿਫਰੈਂਸ਼ੀਅਲ ਇਕੁਏਸ਼ਨ ਦੂਜੇ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਸੀ, ਜਾਂ ਜਦੋਂ ਵੀ ਸਾਡੇ ਕੋਲ ਦੂਜਾ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਹੁੰਦਾ ਹੈ ਅਤੇ ਅਸੀਂ ਇਸ ਇਕੁਏਸ਼ਨ ਦਾ ਸੋਲਿਊਸ਼ਨ ਲੱਭਦੇ ਹਾਂ, ਜਾਂ ਦੂਜੇ ਸ਼ਬਦਾਂ ਵਿੱਚ ਇਸ ਨੂੰ ਡਿਫਰੈਂਸ਼ੀਅਲ ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਕਹਿਣ ਲਈ ਇਸ ਦੇ ਸੋਲਿਊਸ਼ਨ ਵਿੱਚ ਦੋ ਆਰਬਿਟਰੇਰੀ ਕੰਸਟੈਂਟ ਜਾਂ ਦੋ ਪੈਰਾਮੀਟਰ ਹੋਣਗੇ। ਇੱਥੇ ਇਹ ਜਨਰਲ ਸੋਲਿਊਸ਼ਨ ਦੀ ਪਰਿਭਾਸ਼ਾ ਹੈ ਜਿਸ ਵਿੱਚ n ਇੰਡੀਪੈਂਡੈਂਟ ਆਰਬਿਟਰੇਰੀ ਕੌਨਸਟੈਂਟ ਵਾਲੇ ਸੋਲਿਊਸ਼ਨ ਹਨ। ਦਿੱਤੀ ਗਈ ਡਿਫਰੈਂਸ਼ੀਅਲ ਇਕੁਏਸ਼ਨ ਦੇ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਕੋਈ ਸੋਲਿਊਸ਼ਨ ਅਤੇ ਜੇਕਰ ਇਸ ਦੇ ਕੋਲ n ਇੰਡੀਪੈਂਡੈਂਟ ਆਰਬਿਟਰੇਰੀ ਕੰਸਟੈਂਟ ਹਨ। ਇਸ ਤਰ੍ਹਾਂ ਦੇ nਵਾਂ ਆਰਡਰ ਅਨੁਸਾਰੀ ਆਮ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਅਸੀਂ ਜਨਰਲ ਸੋਲਿਊਸ਼ਨ ਕਹਿੰਦੇ ਹਾਂ। ਇੱਕ ਹੋਰ ਜਿਸ ਨੂੰ ਅਸੀਂ ਪਾਰਟਿਕਿਊਲਰ ਸੋਲਿਊਸ਼ਨ ਬਾਰੇ ਗੱਲ ਕਰ ਰਹੇ ਹਾਂ, ਇਸ ਲਈ ਇਹਨਾਂ ਕੋਐਫੀਸ਼ੀਐਂਟਸ ਨੂੰ ਕੁਝ ਮੁੱਲ ਦੇਣਾ ਹੋਏਗਾ ਜੋ ਕੁਝ ਹੋਰ ਪੂਰਕ ਪਦਾਂ ਤੇ ਨਿਰਭਰ ਹੋ ਸਕਦਾ ਹੈ ਅਤੇ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਨਾਲ ਦਿੱਤਾ ਜਾ ਸਕਦਾ ਹੈ। ਹੋਰ ਜਾਣਕਾਰੀ ਦੇ ਆਧਾਰ ਤੇ ਜੇਕਰ ਅਸੀਂ ਇਹਨਾਂ ਕੋਐਫੀਸ਼ੀਐਂਟਾਂ ਦਾ ਮੁਲਾਂਕਣ ਕਰ ਸਕਦੇ ਹਾਂ ਕਿਉਂਕਿ ਇਹ ਇੱਕ ਜਨਰਲ ਸੋਲਿਊਸ਼ਨ ਹੈ। ਇਸ n ਪੈਰਾਮੀਟਰਾਂ ਦੇ ਕਰਵ ਦੀ ਫੈਮਿਲੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਸ ਲਈ ਪਰ ਇੱਕ ਖਾਸ ਹੱਲ ਹੋਣ ਤੋਂ ਭਾਵ ਇੱਕ ਖਾਸ ਕਰਵ ਹੈ ਜੋ ਉਦੋਂ ਹੀ ਸੰਭਵ ਹੈ ਜਦੋਂ ਕੁਝ ਹੋਰ ਪੂਰਕ ਸ਼ਰਤਾਂ ਨੂੰ ਡਿਫਰੈਂਸ਼ੀਅਲ ਇਕੁਏਸ਼ਨ ਨਾਲ ਸਪਲਾਈ ਕੀਤਾ ਜਾਂਦਾ ਹੈ ਅਤੇ ਫਿਰ ਇਹਨਾਂ ਸਪਲੀਮੈਂਟਰੀ ਕੰਡੀਸ਼ਨਾਂ ਨਾਲ ਡਿਫਰੈਂਸ਼ੀਅਲ ਇਕੁਏਸ਼ਨ ਵਜੋਂ ਸਾਨੂੰ ਇੱਕ ਖਾਸ ਹੱਲ ਪ੍ਰਾਪਤ ਹੋਵੇਗਾ। ਇੱਥੇ ਪਾਰਟਿਕਿਊਲਰ ਸੋਲਿਊਸ਼ਨ ਤੋਂ ਭਾਵ ਹੈ ਇੱਕ ਜਾਂ ਇੱਕ ਤੋਂ ਵੱਧ ਇੰਡੀਪੈਂਡੈਂਟ ਕੰਸਟੈਂਟਸ ਨੂੰ ਖਾਸ ਮੁੱਲ ਦੇਣ ਵਾਲਾ ਸੋਲਿਊਸ਼ਨ। ਆਮ ਤੌਰ ਤੇ ਭੌਤਿਕ ਮਾਡਲ ਨਾਲ ਅਜਿਹਾ ਕੀਤਾ ਜਾਂਦਾ ਹੈ ਕਿ ਸਮੱਸਿਆ ਦੀ ਭੌਤਿਕੀ ਦੇ ਆਧਾਰ ਤੇ ਕੁਝ ਵਾਧੂ ਕੰਡੀਸ਼ਨਾਂ ਦਿੱਤੀਆਂ ਜਾਂਦੀਆਂ ਹਨ ਅਤੇ ਫਿਰ ਅਸੀਂ ਇਹਨਾਂ ਵਿੱਚੋਂ ਕੁਝ ਜਾਂ ਸਾਰੇ ਕੰਸਟੈਂਟਸ ਨੂੰ ਕੰਪਿਊਟ ਕਰ ਸਕਦੇ ਹਾਂ ਅਤੇ ਇੱਥੇ ਹੁਣ ਸੋਲਿਊਸ਼ਨ ਨਹੀਂ ਹੈ ਅਤੇ ਇੰਡੀਪੈਂਡੈਂਟ ਆਰਬਿਟਰੇਰੀ ਕੰਸਟੈਂਟ ਹਨ ਜਿਸ ਨੂੰ ਅਸੀਂ ਪਾਰਟਿਕਿਊਲਰ ਸੋਲਿਊਸ਼ਨ ਕਹਿੰਦੇ ਹਾਂ। ਅਤੇ ਜਿਵੇਂ ਕਿ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ ਡਿਫਰੈਂਸ਼ੀਅਲ ਇਕੁਏਸ਼ਨ ਦੇ ਸੋਲਿਊਸ਼ਨ ਵਿੱਚ ਆਰਬਿਟਰੇਰੀ ਕੰਸਟੈਂਟਸ ਦੀ ਸੰਖਿਆ ਡਿਫਰੈਂਸ਼ੀਅਲ ਇਕੁਏਸ਼ਨ ਦੇ ਆਰਡਰ ਤੇ ਨਿਰਭਰ ਕਰਦੀ ਹੈ ਅਤੇ ਅਸਲ ਵਿੱਚ ਅਸੀਂ ਘੱਟ ਤੋਂ ਘੱਟ ਉਦਾਹਰਨਾਂ ਰਾਹੀਂ ਵੇਖਿਆ ਹੈ ਕਿ nਵੇਂ ਆਰਡਰ ਦੇ ਇੱਕ ਜਨਰਲ ਸੋਲਿਊਸ਼ਨ ਵਿੱਚ n ਆਰਬਿਟਰੇਰੀ ਕੰਸਟੈਂਟ ਹੋਣਗੇ। ਇੱਥੇ ਹੁਣ ਅਸੀਂ ਉਦਾਹਰਨਾਂ ਰਾਹੀਂ ਚੱਲਦੇ ਹਾਂ, ਇਸ ਲਈ ਇੱਥੇ ਸਾਡੇ ਕੋਲ ਉਦਾਹਰਨ ਲਈ dy/dx ਹੋਲ ਸਕੁਏਅਰ ਦਾ ਡਿਫਰੈਂਸ਼ੀਅਲ ਇਕੁਏਸ਼ਨ ਹੈ ਅਤੇ ਮਾਈਨਸ ਇਹ 4 ਟਾਈਮਸ y ਸਿਫਰ ਦੇ ਇਕੁਅਲ ਹੈ। ਇਹ ਜਨਰਲ ਸੋਲਿਊਸ਼ਨ ਹੈ। ਅਸੀਂ ਤਕਨੀਕਾਂ ਨਹੀਂ ਲੱਭ ਰਹੇ ਜਾਂ ਨਾ ਹੀ ਸੋਲਿਊਸ਼ਨ ਕੱਢਣ ਵਾਸਤੇ ਕੋਈ ਅਜਿਹੀਆਂ ਤਕਨੀਕਾਂ ਦੀ ਵਰਤੋਂ ਕਰ ਰਹੇ ਹਾਂ ਜੋ ਲੈਕਚਰ ਵਿੱਚ ਚਰਚਾ ਕੀਤੀਆਂ ਗਈਆਂ ਹਨ। ਇੱਥੇ ਅਸੀਂ ਸਿਰਫ ਪਰਿਭਾਸ਼ਾਵਾਂ ਦੇ ਰਹੇ ਹਾਂ। ਉਦਾਹਰਨ ਲਈ ਇਹ yx-c ਹੋਲ ਸਕੁਏਅਰ ਦੇ ਇਕੁਅਲ ਹੈ, ਇਸ ਲਈ ਇਹ ਸੋਲਿਊਸ਼ਨ ਹੈ। ਇਹ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਹੱਲ ਕਰਦਾ ਸੀ। ਇਸ ਲਈ ਸਾਨੂੰ ਉੱਥੇ dx/dy ਪ੍ਰਾਪਤ ਹੁੰਦਾ ਹੈ। ਉਦਾਹਰਨ ਲਈ ਇਹ 2 ਟਾਈਮਸ x-c ਹੋਵੇਗਾ ਅਤੇ ਜੇਕਰ ਅਸੀਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਵਿੱਚ ਸਬਸਟੀਟਿਊਟ ਕਰਦੇ ਹਾਂ ਤਾਂ ਇਸ x ਦਾ 2 ਟਾਈਮਸ -c ਹੋਲ ਸਕੁਏਅਰ ਕੀ ਹੋਵੇਗਾ ਅਤੇ ਮਾਈਨਸ ਹੋਵੇਗਾ ਇਸ y ਦਾ 4 ਗੁਣਾ ਜੋ ਕਿ x-c ਹੋਲ ਸਕੁਏਅਰ ਹੈ ਅਤੇ ਇੱਥੇ ਵੀ ਸਾਡੇ ਕੋਲ x-c ਹੋਲ ਸਕੁਏਅਰ ਵਾਸਤੇ ਇਸ x-c ਹੋਲ ਸਕੁਏਅਰ ਦਾ 4 ਟਾਈਮ c, ਇਸ ਲਈ ਇਹ ਕੈਂਸਲ ਆਊਟ ਹੋ ਜਾਵੇਗਾ ਅਤੇ ਅੱਜ ਅਸੀਂ ਜੋ ਵੇਖਦੇ ਹਾਂ ਉਹ ਇੱਥੇ ਸੋਲਿਊਸ਼ਨ ਹੈ ਜੋ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੰਤੁਸ਼ਟ ਕਰਦਾ ਹੈ ਅਤੇ ਇਸ ਲਈ ਇਹ ਇੱਕ ਸੋਲਿਊਸ਼ਨ ਵੀ ਹੈ। ਇਸ ਵਿੱਚ ਇੱਕ ਆਰਬਿਟਰੇਰੀ ਕੌਨਸਟੈਂਟ ਸ਼ਾਮਲ ਹੈ। ਇਹ ਅਸੀਂ
C ਦੇ ਕਿਸੇ ਵੀ ਵੈਲਿਊ ਵਾਸਤੇ ਉਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੰਤੁਸ਼ਟ ਕਰੇਗਾ ਜਿਸ ਨੂੰ ਅਸੀਂ ਵੇਖਿਆ ਹੈ। C ਇੱਕ ਆਰਬਿਟਰੇਰੀ ਕੌਨਸਟੈਂਟ ਅਤੇ ਇਹ ਆਰਡਰ 1 ਸੀ। ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਆਰਡਰ 1 ਸੀ ਅਤੇ ਸੋਲਿਊਸ਼ਨ ਵਿੱਚ ਸਾਡੇ ਕੋਲ ਇੱਕ ਆਰਬਿਟਰੇਰੀ ਕੰਸਟੈਂਟ ਹੈ, ਇਸ ਲਈ ਅਸੀਂ ਇਸ ਨੂੰ ਜਨਰਲ ਸੋਲਿਊਸ਼ਨ ਕਹਿ ਰਹੇ ਹਾਂ। ਪਰਟੀਕਿਊਲਰ ਸੋਲਿਊਸ਼ਨ ਵਾਸਤੇ ਜੇਕਰ ਅਸੀਂ ਇਸ C ਨੂੰ ਕੋਈ ਵੈਲਿਊ ਅਸਾਈਨ ਕਰਦੇ ਹਾਂ, ਅਸੀਂ ਸਿੱਧਾ ਵੀ ਅਸਾਈਨ ਕਰ ਸਕਦੇ ਹਾਂ ਕਿਉਂਕਿ C ਦੇ ਕਿਸੇ ਵੀ ਵੈਲਿਊ ਵਾਸਤੇ ਇੱਕ ਸੋਲਿਊਸ਼ਨ ਹੈ। ਉਦਾਹਰਨ ਲਈ ਜੇਕਰ ਮੈਂ ਕਹਿੰਦਾ ਹਾਂ ਕਿ y(x²) ਦੇ ਇਕੁਅਲ ਹੈ ਤਾਂ y(x²) ਦੇ ਇਕੁਅਲ ਵੀ ਇਸ ਵੱਖਰੇ ਇਕੁਏਸ਼ਨ ਦਾ ਸੋਲਿਊਸ਼ਨ ਹੈ। ਅਤੇ ਹੁਣ ਇਸ C ਨੂੰ ਸਿਫਰ ਬਣਾਉਣ ਨਾਲ, ਪਰ ਹੁਣ ਇਹ ਇੱਕ ਪਰਟੀਕਿਊਲਰ ਸੋਲਿਊਸ਼ਨ ਹੈ। ਮੰਨ ਲਓ ਕਿ ਪੈਰਾਬੋਲਾ ਇੱਕ ਨਿਸ਼ਚਿਤ ਪੈਰਾਬੋਲਾ ਹੈ ਪਰ ਇੱਥੇ ਇਹ ਪੈਰਾਬੋਲਾ ਇਸ ਪੈਰਾਮੀਟਰ ਤੇ ਨਿਰਭਰ ਕਰਦਾ ਹੈ। ਇਹ ਪੈਰਾਬੋਲਾ ਦੀ ਇੱਕ ਫੈਮਿਲੀ ਹੈ। ਪਰ ਹੁਣ ਸਾਡੇ ਕੋਲ ਇਸ ਪਰਿਵਾਰ ਨਾਲ ਇੱਕ ਖਾਸ ਕਰਵ ਹੈ। ਇਸ ਲਈ ਜੇਕਰ ਅਸੀਂ ਇਸ ਨੂੰ ਇੱਕ ਪਰਟੀਕਿਊਲਰ ਸੋਲਿਊਸ਼ਨ ਕਹਿੰਦੇ ਹਾਂ, ਜਨਰਲ ਸੋਲਿਊਸ਼ਨ ਨਹੀਂ ਤਾਂ ਇਹ ਜਨਰਲ ਸੋਲਿਊਸ਼ਨ ਸੀ। ਦੋਵਾਂ ਕੋਲ ਹੱਲ ਹਨ ਪਰ ਇੱਕ ਜਨਰਲ ਸੋਲਿਊਸ਼ਨ ਹੈ। ਦੂਜਾ ਇੱਕ ਪਰਟੀਕਿਊਲਰ ਸੋਲਿਊਸ਼ਨ ਹੈ ਜਾਂ ਖਾਸ ਤੌਰ ਤੇ ਇੱਕ ਪੈਰਾਮੀਟਰ ਦੇ ਇਸ ਪਰਿਵਾਰ ਦਾ ਇੱਕ ਕਰਵ ਹੈ ਜੋ ਇੱਕ ਹੋਰ ਉਦਾਹਰਣ ਨੂੰ ਕਰਵ ਆਊਟ ਕਰਦਾ ਹੈ, ਜਿਸ ਨੂੰ ਅਸੀਂ ਵੇਖ ਸਕਦੇ ਹਾਂ। ਇਸ ਲਈ ਇਹ ਉਦਾਹਰਣ ਸੰਖਿਆ 2 ਹੈ। ਇੱਥੇ ਅਸੀਂ ਇਸ y(y') ਅਤੇ y' ਸਿਫਰ ਦੇ ਇਕੁਅਲ ਕੰਸੀਡਰ ਕਰਦੇ ਹਾਂ। ਜੇਕਰ ਅਸੀਂ ਖੋਜਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਮੇਰਾ ਭਾਵ ਹੈ ਕਿ ਅਸੀਂ ਤਕਨੀਕਾਂ ਤੇ ਬਾਅਦ ਵਿੱਚ ਚਰਚਾ ਕਰਾਂਗੇ। ਇਹ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਜਨਰਲ ਸੋਲਿਊਸ਼ਨ ਹੈ y=cx+1/c। ਇੱਥੇ ਸਾਡੇ ਕੋਲ ਇੱਕ ਪੈਰਾਮੀਟਰ ਫੈਮਿਲੀ ਹੈ C ਇਸ ਇਕੁਏਸ਼ਨ ਵਿੱਚ ਇੱਕੋ ਇੱਕ ਪੈਰਾਮੀਟਰ ਹੈ, ਇਸ ਲਈ ਇਹ ਕੋਸ ਦਾ ਇੱਕ ਪੈਰਾਮੀਟਰ ਫੈਮਿਲੀ ਹੈ ਅਤੇ ਅਸੀਂ ਆਸਾਨੀ ਨਾਲ ਵੈਰੀਫਾਈ ਕਰ ਸਕਦੇ ਹਾਂ ਕਿ ਇਸ C ਦੇ ਕਿਸੇ ਵੀ ਵੈਲਿਊ ਵਾਸਤੇ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਵੀ ਸੰਤੁਸ਼ਟ ਕਰਦਾ ਹੈ। ਇਹ ਇੱਕ ਜਨਰਲ ਸੋਲਿਊਸ਼ਨ ਹੈ ਕਿਉਂਕਿ ਦਿੱਤਾ ਗਿਆ ਡਿਫਰੈਂਸ਼ੀਅਲ ਇਕੁਏਸ਼ਨ ਫਸਟ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਸੀ, ਅਤੇ ਸਾਨੂੰ ਇਹ ਹੱਲ ਮਿਲ ਰਿਹਾ ਹੈ ਜਿਸ ਵਿੱਚ ਇੱਕ ਆਰਬਿਟਰੇਰੀ ਕੰਸਟੈਂਟ ਹੈ। ਇਸ ਲਈ ਅਸੀਂ ਇਸ ਨੂੰ ਜਨਰਲ ਸੋਲਿਊਸ਼ਨ ਕਹਿੰਦੇ ਹਾਂ ਪਰ ਜੇਕਰ ਅਸੀਂ ਇਹਨਾਂ ਕੌਨਸਟੈਂਟ ਨੂੰ ਖਾਸ ਵੈਲਿਊ ਦਿੰਦੇ ਹਾਂ, ਤਾਂ ਅਸੀਂ ਮੂਲ ਤੌਰ ਤੇ ਇਸ ਫੈਮਿਲੀ ਵਿੱਚੋਂ ਇੱਕ ਕਰਵ ਦੀ ਇਸ ਫੈਮਿਲੀ ਦੇ ਐਲੀਮੈਂਟਾਂ ਦੀ ਚੋਣ ਕਰ ਰਹੇ ਹਾਂ ਜਿਸ ਨੂੰ ਪਰਟੀਕਿਊਲਰ ਸੋਲਿਊਸ਼ਨ ਕਿਹਾ ਜਾਵੇਗਾ। ਉਦਾਹਰਨ ਲਈ ਇਸ ਮਾਮਲੇ ਵਿੱਚ ਜੇਕਰ ਅਸੀਂ ਇੱਥੇ C ਨੂੰ 1 ਦੇ ਇਕੁਅਲ ਲੈਂਦੇ ਹਾਂ ਤਾਂ ਇੱਥੇ ਸਾਨੂੰ C ਨੂੰ 1 ਦੇ ਇਕੁਅਲ ਲਿਆ ਹੈ। ਅਸੀਂ ਤੈਅ ਕੀਤਾ ਹੈ ਕਿ C 1 ਦੇ ਹੈ, ਅਤੇ ਉਸ ਮਾਮਲੇ ਵਿੱਚ ਇਹ y(x+1) ਦੇ ਇਕੁਅਲ ਹੈ ਜੋ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਵੀ ਸੰਤੁਸ਼ਟ ਕਰੇਗਾ ਅਤੇ ਜਿਸ ਨੂੰ ਕੋਈ ਵੀ ਆਸਾਨੀ ਨਾਲ ਵੇਖ ਸਕਦਾ ਹੈ। ਇਸ ਲਈ y ਇਹ x+1 ਹੈ ਅਤੇ ਇੱਥੇ y ਪ੍ਰਾਈਮ ਹੋਵੇਗਾ 1 ਅਤੇ ਮਾਈਨਸ ਇਹ x ਅਤੇ ਫਿਰ y' ਜੋ 1 ਹੋਲ ਸਕੁਏਅਰ ਹੈ 1 ਦੇ ਇਕੁਅਲ ਹੈ। ਅਸੀਂ ਲੈਫਟ ਹੈਂਡ ਸਾਈਡ ਵੇਖਦੇ ਹਾਂ ਕਿ ਇਹ x ਰੱਦ ਹੋ ਜਾਂਦਾ ਹੈ, ਇਸ ਲਈ 1 ਇਕੁਅਲ ਹੈ। ਇਸ ਲਈ ਇਹ ਸੁਭਾਵਿਕ ਤੌਰ ਤੇ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੰਤੁਸ਼ਟ ਕਰਦਾ ਹੈ ਕਿਉਂਕਿ ਕਿਸੇ ਵੀ C ਵਾਸਤੇ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਹੱਲ ਕਰਦਾ ਹੈ। ਪਰ ਹੁਣ ਇਹ y ਇਸ x+1 ਦੇ ਇਕੁਅਲ ਹੈ, ਜੋ ਕਿ ਇੱਕ ਕਰਵ ਹੈ, ਇੱਕ ਸਿੱਧੀ ਲਾਈਨ ਹੈ ਜੋ ਇਸ ਫੈਮਿਲੀ ਦੀਆਂ ਲਾਈਨਾਂ ਤੋਂ ਹੈ। ਸਾਨੂੰ ਇਹ ਇੱਕ ਪਰਟੀਕਿਊਲਰ ਸੋਲਿਊਸ਼ਨ ਵਜੋਂ ਪ੍ਰਾਪਤ ਹੋਇਆ ਹੈ, ਇਸ ਲਈ ਇਹ ਹੁਣ ਜਨਰਲ ਸੋਲਿਊਸ਼ਨ ਨਹੀਂ ਹੈ। ਇਹ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਦਾ ਇੱਕ ਪਰਟੀਕਿਊਲਰ ਸੋਲਿਊਸ਼ਨ ਹੈ। ਸੋਲਿਊਸ਼ਨ ਨੂੰ ਪਰਿਭਾਸ਼ਿਤ ਕਰਨ ਵਾਸਤੇ ਇੱਕ ਹੋਰ ਟਰਮੀਨੋਲੋਜੀ ਦੀ ਵਰਤੋਂ ਹੁੰਦੀ ਹੈ ਜਿਸ ਨੂੰ ਐਕਸਪਲਿਸਿਟ ਸੋਲਿਊਸ਼ਨ ਕਿਹਾ ਜਾਂਦਾ ਹੈ, ਜਾਂ ਅਸੀਂ ਇਸ ਨੂੰ ਇੰਪਲਿਸਿਟ ਸੋਲਿਊਸ਼ਨ ਵੀ ਕਹਿੰਦੇ ਹਾਂ। ਇੱਥੇ ਐਕਸਪਲਿਸਿਟ ਸੋਲਿਊਸ਼ਨ y x ਦੇ ਇਕੁਅਲ ਹੈ ਅਤੇ ਹੱਲ ਇਸ ਵਜੋਂ ਦਿੱਤਾ ਗਿਆ ਹੈ ਕਿ y ਡਿਪੈਂਡੈਂਟ ਵੇਰੀਏਬਲ ਦੇ ਰਾਈਟ ਹੈਂਡ ਸਾਈਡ ਦਿੱਤਾ ਗਿਆ ਹੈ, ਜਿਸ ਵਿੱਚ ਇੰਡੀਪੈਂਡੈਂਟ ਵੇਰੀਏਬਲ ਵਜੋਂ ਹੈ। ਇਸ ਲਈ y ਦਾ ਕੋਈ ਇੰਪਲਿਸਿਟ ਰਿਲੇਸ਼ਨ ਨਹੀਂ ਹੈ ਅਤੇ x ਦਿੱਤਾ ਗਿਆ ਹੈ, ਬਲਕਿ ਅਸੀਂ ਇਸ ਨੂੰ x ਦੇ ਟਰਮਜ਼ ਵਿੱਚ y ਦਾ ਇੱਕ ਐਕਸਪਲਿਸਿਟ ਰਿਲੇਸ਼ਨ ਕਹਿੰਦੇ ਹਾਂ। ਇਸ ਲਈ ਸਾਡੇ ਕੋਲ y ਨੂੰ x ਦੇ ਟਰਮਜ਼ ਵਿੱਚ ਦਿੱਤਾ ਗਿਆ ਹੈ ਅਤੇ ਕੋਈ ਹੋਰ ਇੰਪਲਿਸਿਟ ਰਿਲੇਸ਼ਨ ਨਹੀਂ ਹੈ, ਇਸ ਲਈ ਇਸ ਨੂੰ ਐਕਸਪਲਿਸਿਟ ਸੋਲਿਊਸ਼ਨ ਕਿਹਾ ਜਾਂਦਾ ਹੈ। ਜੇਕਰ ਅਸੀਂ ਸਾਡੇ ਡਿਫਰੈਂਸ਼ੀਅਲ ਇਕੁਏਸ਼ਨ ਨਾਲ ਇਸ ਰੂਪ ਵਿੱਚ ਸੋਲਿਊਸ਼ਨ ਕੱਢਦੇ ਹਾਂ ਕਿ y x ਦੇ ਫੰਕਸ਼ਨ ਦੇ ਇਕੁਅਲ ਹੈ, ਅਤੇ ਇੰਪਲਿਸਿਟ ਸੋਲਿਊਸ਼ਨ ਦੇ ਮਾਮਲੇ ਵਿੱਚ ਅਸੀਂ ਇੱਥੇ x ਅਤੇ y ਰਿਲੇਸ਼ਨ ਦਾ ਇਹ ਰਿਲੇਸ਼ਨ ਪ੍ਰਾਪਤ ਕਰਦੇ ਹਾਂ ਜੋ
ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੰਤੁਸ਼ਟ ਕਰਦਾ ਹੈ। ਇਸ ਨੂੰ ਇੰਪਲੀਸਿਟ ਸੋਲਿਊਸ਼ਨ ਕਿਹਾ ਜਾਂਦਾ ਹੈ। ਉਦਾਹਰਨ ਲਈ ਜੇਕਰ ਅਸੀਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਦੂਜਾ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ y ਡਬਲ ਪ੍ਰਾਈਮ ਪਲੱਸ k ਸਕੁਏਅਰ y ਸਿਫਰ ਦੇ ਇਕੁਅਲ ਲੈਂਦੇ ਹਾਂ, ਅਤੇ ਹੁਣ ਅਸੀਂ ਇਸ ਪੁਆਇੰਟ ਤੇ ਅਸਲ ਵਿੱਚ ਸਬਸਟੀਟਿਊਟਿੰਗ ਕਰਕੇ ਵੇਖ ਸਕਦੇ ਹਾਂ ਕਿਉਂਕਿ ਅਸੀਂ ਸੋਲਿਊਸ਼ਨ ਤਕਨੀਕਾਂ ਤੇ ਚਰਚਾ ਨਹੀਂ ਕਰਨਾ ਚਾਹੁੰਦੇ ਹਾਂ। ਇਹ ਅਸਲ ਵਿੱਚ ਸੋਲਿਊਸ਼ਨ ਹੈ ਕਿਉਂਕਿ ਇਹ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੰਤੁਸ਼ਟ ਕਰੇਗਾ, ਅਤੇ ਇਸ ਲਈ ਪਰ ਅਸੀਂ ਇੱਥੇ ਹੋਰ ਕੀ ਵੇਖਦੇ ਹਾਂ, ਇੱਥੇ ਇਹ ਐਕਸਪਲਿਸਿਟ ਸੋਲਿਊਸ਼ਨ ਹੈ ਕਿਉਂਕਿ ਇਹ y ਰਾਈਟ ਹੈਂਡ ਸਾਈਡ ਦੇ ਟਰਮਜ਼ ਵਿੱਚ ਦਿੱਤਾ ਗਿਆ ਹੈ। ਇੱਥੇ x ਦਾ ਫੰਕਸ਼ਨ ਹੈ। ਇਹ ਉਦੋਂ ਤੱਕ ਐਕਸਪਲਿਸਿਟ ਸੋਲਿਊਸ਼ਨ ਦਿੱਤਾ ਜਾਂਦਾ ਹੈ y ਨੂੰ x ਦੇ ਟਰਮਜ਼ ਵਿੱਚ, ਅਤੇ ਹੁਣ ਇੰਪਲੀਸਿਟ ਸੋਲਿਊਸ਼ਨ ਕਿਹਾ ਜਾਂਦਾ ਹੈ। ਇਹ ਐਕਸਪਲਿਸਿਟ ਸੋਲਿਊਸ਼ਨ ਹੈ ਅਤੇ ਇੱਕ ਹੋਰ ਉਦਾਹਰਣ ਹੈ ਜਿੱਥੇ x ਪਲੱਸ ਇਹ 3y ਪ੍ਰਾਈਮ ਇਕੁਅਲ ਫਸਟ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਦਿੱਤਾ ਗਿਆ ਹੈ, ਅਤੇ ਇਸ ਮਾਮਲੇ ਵਿੱਚ ਅਸੀਂ ਜੋ ਵੇਖਦੇ ਹਾਂ ਕਿ ਇਹ x ਸਕੁਏਅਰ ਪਲੱਸ 3y ਸਕੁਏਅਰ ਕੋਨਸਟੈਂਟ ਦੇ ਇਕੁਅਲ ਹੈ। ਇਹ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੰਤੁਸ਼ਟ ਕਰਦਾ ਹੈ। ਜੇਕਰ ਇਹ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੰਤੁਸ਼ਟ ਕਰਦਾ ਹੈ ਤਾਂ ਇਹ ਸੋਲਿਊਸ਼ਨ ਹੈ ਜਿਸ ਨੂੰ ਅਸੀਂ ਆਸਾਨੀ ਨਾਲ ਵੇਖ ਸਕਦੇ ਹਾਂ। ਉਦਾਹਰਨ ਲਈ ਜੇਕਰ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ ਤਾਂ ਇਹ ਕਿਹੜਾ ਰਿਲੇਸ਼ਨ ਹੈ ਜੋ ਸਾਨੂੰ 2x ਪਲੱਸ 6y ਅਤੇ dy ਬਟਾ dx ਸਿਫਰ ਦੇ ਇਕੁਅਲ ਹੈ। ਇਸ ਲਈ ਇੱਥੇ ਅਸੀਂ ਅਸਲ ਵਿੱਚ ਕੰਪਿਊਟ ਕਰ ਸਕਦੇ ਹਾਂ, ਜਾਂ ਅਸੀਂ 2 ਨਾਲ ਡਿਵਾਈਡ ਕਰਦੇ ਹਾਂ ਤਾਂ ਸਾਨੂੰ ਇਹ x ਪਲੱਸ 3y ਅਤੇ y ਪ੍ਰਾਈਮ ਸਿਫਰ ਦੇ ਇਕੁਅਲ ਮਿਲੇਗਾ। ਇਸ ਲਈ ਸੁਭਾਵਿਕ ਤੌਰ ਤੇ ਇਹ ਇਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੰਤੁਸ਼ਟ ਕਰ ਰਿਹਾ ਹੈ। ਪਰ ਹੁਣ ਇੱਥੇ ਪਹਿਲਾਂ ਵਾਲੇ ਤੋਂ ਕੀ ਵੱਖਰਾ ਹੈ? ਇੱਥੇ ਇਸ xy ਦਾ ਫੰਕਸ਼ਨ x ਦੇ ਟਰਮਜ਼ ਤੇ y ਦੇ ਐਕਸਪਲਿਸਿਟ ਵਜੋਂ ਨਹੀਂ ਦਿੱਤਾ ਗਿਆ ਹੈ, ਪਰ ਇਹ x ਅਤੇ y ਦੀਆਂ ਟਰਮਾਂ ਵਿੱਚ ਦਿੱਤਾ ਗਿਆ ਇੱਕ ਇੰਪਲੀਸਿਟ ਰਿਲੇਸ਼ਨ ਹੈ। ਇਸ ਲਈ ਅਸੀਂ ਅਜਿਹੇ ਸੋਲਿਊਸ਼ਨ ਨੂੰ ਇੰਪਲੀਸਿਟ ਸੋਲਿਊਸ਼ਨ ਕਹਿੰਦੇ ਹਾਂ। ਅਸੀਂ ਹੁਣ ਇਸ ਕਨਕਲੂਜਨ ਤੇ ਆਉਂਦੇ ਹਾਂ। ਇਸ ਲਈ ਅਸੀਂ ਆਰਡਰ ਨੂੰ ਪਰਿਭਾਸ਼ਿਤ ਕੀਤਾ ਹੈ ਅਤੇ ਡਿਫਰੈਂਸ਼ੀਅਲ ਇਕੁਏਸ਼ਨ ਦੀ ਡਿਗਰੀ ਵੀ ਅਤੇ ਕੁਝ ਵਰਗੀਕਰਨ ਵੀ ਅਸੀਂ ਮੁੱਖ ਤੌਰ ਤੇ ਇਸ ਆਧਾਰ ਤੇ ਕੀਤਾ ਹੈ ਕਿ ਇਕੁਏਸ਼ਨ ਲੀਨੀਅਰ ਹੈ ਜਾਂ ਗੈਰ ਲੀਨੀਅਰ ਇਕੁਏਸ਼ਨ ਹੈ। ਅਸੀਂ ਲੈਕਚਰ ਵਿੱਚ ਇਹ ਵੇਖਿਆ ਹੈ ਕਿ ਇਸ ਤਰ੍ਹਾਂ ਦੇ ਦਿੱਤੇ ਗਏ ਪੈਰਾਮੀਟਰ n ਪੈਰਾਮੀਟਰ ਫੈਮਿਲੀ ਵਿੱਚੋਂ ਡਿਫਰੈਂਸ਼ੀਅਲ ਇਕੁਏਸ਼ਨ ਬਣਾਉਂਦੇ ਹਨ। ਇਸ ਲਈ ਸਾਨੂੰ ਕਰਵ ਦੇ ਇਸ n ਪੈਰਾਮੀਟਰ ਫੈਮਿਲੀ ਨੂੰ n ਟਾਈਮਸ ਵੱਖ ਕਰਨਾ ਹੋਵੇਗਾ, ਅਤੇ ਫਿਰ n ਪਲੱਸ 1 ਇਕੁਏਸ਼ਨਸ ਦੇ ਸੈੱਟ ਨਾਲ ਅਸੀਂ ਇਹਨਾਂ ਪੈਰਾਮੀਟਰਾਂ ਨੂੰ ਸਮਾਪਤ ਕਰਾਂਗੇ, ਅਤੇ ਫਿਰ ਅਸੀਂ ਡਿਪੈਂਡੈਂਟ ਵੇਰੀਏਬਲ ਅਤੇ ਇੰਡੀਪੈਂਡੈਂਟ ਵੇਰੀਏਬਲ ਦੇ ਡੈਰੀਵੇਟਿਵਾਂ ਦਾ ਰਿਲੇਸ਼ਨ ਕੱਢਾਂਗੇ ਜੋ ਕਿ ਡਿਫਰੈਂਸ਼ੀਅਲ ਇਕੁਏਸ਼ਨ ਹੈ। ਭਵਿੱਖੀ ਲੈਕਚਰਾਂ ਵਿੱਚ ਹੁਣ ਇਹ ਆਵੇਗਾ ਕਿ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਕਿਵੇਂ ਖੋਜਿਆ ਜਾਵੇ, ਹੱਲ ਕਿਵੇਂ ਕੱਢਿਆ ਜਾਵੇ, ਕਰਵ ਦੀ ਫੈਮਿਲੀ ਦਾ ਕਿਵੇਂ ਪਤਾ ਲਾਇਆ ਜਾਵੇ ਕਿ ਕਰਵ ਦੀ ਇੱਕ ਖਾਸ ਫੈਮਿਲੀ ਜਾਂ ਉਸ ਦੇ ਕਰਵ ਦੀ ਜਨਰਲ ਫੈਮਿਲੀ ਦਿੱਤੀ ਗਈ ਹੈ ਡਿਫਰੈਂਸ਼ੀਅਲ ਇਕੁਏਸ਼ਨ ਦੇ ਸੋਲਿਊਸ਼ਨ ਵਜੋਂ ਹੋਵੇਗਾ। ਦੂਜੇ ਸ਼ਬਦਾਂ ਵਿੱਚ ਅਸੀਂ ਇਹ ਵੀ ਆਮ ਚਰਚਾ ਕੀਤੀ ਹੈ nਵਾਂ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਜਿਸ ਵਿੱਚ n ਆਰਬਿਟਰੇਰੀ ਕੋਨਸਟੈਂਟ ਹੁੰਦਾ ਹੈ। ਇਸ ਲਈ ਜਨਰਲ ਸੋਲਿਊਸ਼ਨ ਕਰਵ ਦੇ n ਪੈਰਾਮੀਟਰ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਜੋ ਦਿੱਤੇ ਗਏ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਹੱਲ ਕਰਦਾ ਹੈ, ਅਤੇ ਇਹ ਵੀ ਸੰਦਰਭ ਹਨ ਕਿ ਜਿਨ੍ਹਾਂ ਦੀ ਅਸੀਂ ਲੈਕਚਰ ਤਿਆਰ ਕਰਨ ਲਈ ਵਰਤੋਂ ਕੀਤੀ ਹੈ, ਅਤੇ ਧਿਆਨ ਦੇਣ ਲਈ ਧੰਨਵਾਦ।